ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਟੀਵੀ ਪ੍ਰਾਈਮ ਏਸ਼ੀਆ ਤੇ ਮੈਂ ਹਾਂ ਤੁਹਾਡਾ ਆਪਣਾ ਜਤਿੰਦਰ ਪੰਨੂ। ਤੁਹਾਨੂੰ ਸਾਰਿਆਂ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਦਿਨ ਹੈ। ਸਾਡੇ ਮਨ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ, ਉਹਨਾਂ ਦੇ ਸਾਥੀਆਂ ਸ਼ਹੀਦ ਸੁਖਦੇਵ, ਸ਼ਹੀਦ ਰਾਜਗੁਰੂ, ਤਿੰਨਾਂ ਵਾਸਤੇ ਅਥਾਹ ਸ਼ਰਧਾ, ਅਥਾਹ ਸਤਿਕਾਰ ਹੈ, ਉਹਨਾਂ ਵਾਸਤੇ ਮਾਣ ਹੈ। ਇਹ ਇਹੋ ਜਿਹੇ ਸ਼ਹੀਦ ਨੇ ਜਿਨ੍ਹਾਂ ਦਾ ਨਾਂ ਸੁਣ ਕੇ ਅੱਜ ਵੀ ਭਾਰਤ ਦੇ ਕੋਨੇ-ਕੋਨੇ 'ਚ ਜਵਾਨੀ ਦੇ ਡੋਲੇ ਫਰਕਣ ਲੱਗ ਪੈਂਦੇ ਨੇ। ਲੋਕਾਂ ਦੇ ਮਨ ਵਿੱਚ ਦੇਸ਼ ਭਗਤੀ ਦਾ ਇੱਕ ਨਵਾਂ ਉਛਾਲਾ ਆਉਂਦਾ ਹੈ। ਉਸ ਮੌਕੇ ਦੇ ਉੱਤੇ ਮੈਂ ਕੁਝ ਗੱਲਾਂ ਕਰਨੀਆਂ ਚਾਹੁੰਦਾ। ਪਹਿਲੀ ਬੇਨਤੀ ਤਾਂ ਮੈਂ ਕਰਦਿਆਂ ਕਿ ਕੱਲ੍ਹ ਪਤਾ ਨਹੀਂ ਕਿਸ ਤਰ੍ਹਾਂ ਇੱਕ ਨਿੱਕੀ ਜਿਹੀ ਗੱਲ ਤੋਂ ਬਾਤ ਦਾ ਬਤੰਗੜ ਬਣ ਗਿਆ ਕਿ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ ਨੂੰ ਸੀ ਕਿ 27 ਨੂੰ ਸੀ। ਅਸਲ ਵਿੱਚ 28 ਸਤੰਬਰ ਸੀ। ਜਿਹੜੀ ਉਹਨਾਂ ਦੀ ਪਹਿਲੀ ਅੰਗਰੇਜ਼ੀ ਵਾਲੀ ਜੀਵਨੀ ਲਿਖੀ ਗਈ, ਇੱਕ ਪ੍ਰੋਫੈਸਰ ਨੇ ਲਿਖੀ, ਮੈਂ ਉਹਨਾਂ ਦਾ ਨਾਂ ਜਾਣ ਕੇ ਨਹੀਂ ਲੈ ਰਿਹਾ, ਉਹਨਾਂ ਤੋਂ ਗਲਤੀ ਨਾਲ, ਬਾਕੀ ਸਾਰੇ ਵੇਰਵੇ ਉਹਨਾਂ ਬਹੁਤ ਠੀਕ ਲਿਖੇ, ਗਲਤੀ ਨਾਲ ਜਨਮ ਤਰੀਕ 28 ਦੇ ਬਜਾਏ 27 ਲਿਖੀ ਗਈ ਤੇ ਹੁਣ ਤੱਕ ਕੁਝ ਲੋਕ 28 ਕੁਝ 27 ਮੰਨੀ ਜਾਂਦੇ ਨੇ। ਭਾਰਤ ਸਰਕਾਰ ਨੇ ਵੀ ਪਹਿਲਾਂ 27 ਲਿਖੀ ਹੁੰਦੀ ਸੀ, ਫਿਰ ਭਗਤ ਸਿੰਘ ਹੋਰਾਂ ਦੇ ਪਰਿਵਾਰ ਨੇ, ਖਾਸ ਕਰਕੇ ਉਹਨਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਹੋਰਾਂ ਨੇ ਵੀ ਯਤਨ ਕੀਤੇ, ਹੋਰ ਕਮੇਟੀਆਂ ਸਭਾਵਾਂ ਨੇ ਵੀ ਕੀਤੇ ਤੇ ਭਾਰਤ ਸਰਕਾਰ ਇਹ ਤਰੀਕ ਦਰੁਸਤ ਕਰ ਚੁੱਕੀ ਹੈ। ਤਰੀਕ 28 ਸਤੰਬਰ ਹੈ, ਇਹ ਨੋਟ ਕਰ ਲਈ ਜਾਵੇ। ਦੂਸਰੀ ਗੱਲ, ਇਸ ਦਿਨ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਦਿਨ ਪਹਿਲਾਂ ਇਹ ਐਲਾਨ ਕਰ ਦਿੱਤਾ ਕਿ ਪੰਜਾਬ ਦੀ ਵਿਧਾਨ ਸਭਾ ਦੇ ਕੰਪਲੈਕਸ ਵਿੱਚ ਅਹਾਤੇ 'ਚ 3 ਬੁੱਤ ਲਾਏ ਜਾਣਗੇ। ਇੱਕ ਸ਼ਹੀਦ ਆਜ਼ਮ ਭਗਤ ਸਿੰਘ ਦਾ, ਇੱਕ ਭਾਰਤ ਦਾ ਸੰਵਿਧਾਨ ਲਿਖਣ ਵਾਲੇ ਡਾਕਟਰ BR ਅੰਬੇਡਕਰ ਦਾ, ਇੱਕ ਪੰਜਾਬ ਦੀ ਅਣਖ ਦੇ ਪ੍ਰਤੀਕ ਮਹਾਰਾਜਾ ਰਣਜੀਤ ਸਿੰਘ ਦਾ, ਜਿਹਦੇ ਜਿਉਂਦੇ ਜੀ ਅੰਗਰੇਜ਼ਾਂ ਦੀ ਸਤਲੁਜ ਦਰਿਆ ਟੱਪਣ ਦੀ ਹਿੰਮਤ ਨਹੀਂ ਸੀ ਪਈ। ਇਹਨਾਂ ਤਿੰਨਾਂ ਦੇ ਬੁੱਤ ਲਾਉਣ ਦੇ ਸਵਾਲ ਦੇ ਉੱਤੇ ਕੋਈ ਥੋੜ੍ਹੀ ਬਹੁਤ ਚਰਚਾ ਚੱਲੀ। ਕਿਸੇ ਨੇ ਆਖਿਆ ਫਲਾਣੇ ਦਾ ਵੀ ਲਾਉਣਾ। ਹੋਰ ਕੋਈ ਹਸਤੀ ਇਹਨਾਂ ਦੇ ਨੇੜੇ ਤੇੜੇ ਦੀ ਇਸ ਤਰ੍ਹਾਂ ਦੀ ਸਾਨੂੰ ਨਹੀਂ ਦਿਸਦੀ ਜਿਹਨੂੰ ਇਹਨਾਂ ਦੇ ਬਰਾਬਰ ਤੋਲ ਕੇ ਤੇ ਉੱਥੇ ਲਾਇਆ ਜਾਵੇ। ਸ਼ਹੀਦ ਆਜ਼ਮ ਭਗਤ ਸਿੰਘ ਇੱਕ ਸ਼ਹਾਦਤਾਂ ਦਾ, ਦੇਸ਼ ਭਗਤੀ ਦਾ ਪ੍ਰਤੀਕ ਹੈ ਔਰ ਸ਼ਹੀਦ ਆਜ਼ਮ ਦੇ ਉਸ ਬੁੱਤ ਦੇ ਵਿੱਚੋਂ ਇਕੱਲਾ ਸ਼ਹੀਦ ਆਜ਼ਮ ਨਹੀਂ, ਸਾਨੂੰ ਸ਼ਹੀਦ ਸੁਖਦੇਵ ਤੇ ਸ਼ਹੀਦ ਰਾਜਗੁਰੂ ਵੀ ਦਿਸਣਗੇ। ਇਹ ਮੈਂ ਬੇਨਤੀ ਕਰਾਂ ਕਿ ਬਹੁਤ ਸਾਲ ਪਹਿਲਾਂ ਇਹ ਮੰਗ ਉੱਠੀ ਕਿ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਬੁੱਤ ਵੀ ਲੱਗੇ ਨੇ ਬਾਹਰ ਅਹਾਤੇ 'ਚ, ਅੰਦਰ ਪਾਰਲੀਮੈਂਟ ਭਵਨ 'ਚ ਹਾਲ ਦੇ ਵਿੱਚ ਤਸਵੀਰਾਂ ਲੱਗੀਆਂ ਨੇ, ਭਗਤ ਸਿੰਘ ਦੀ ਕਿਉਂ ਨਹੀਂ ਲੱਗਦੀ। ਉਦੋਂ ਇਸ ਗੱਲ 'ਤੇ ਬਹਿਸ ਛਿੜ ਗਈ ਕਿ ਭਗਤ ਸਿੰਘ ਦੀ ਤਸਵੀਰ ਦਸਤਾਰ ਵਾਲੀ ਲਾਉਣੀ ਹੈ ਕਿ ਅਸੀਂ ਟੋਪੀ ਵਾਲੀ ਲਾਉਣੀ ਹੈ, ਤੇ ਇਹ ਸਵਾਲ ਮੇਰੇ ਸਾਹਮਣੇ ਵੀ ਰੱਖਿਆ ਗਿਆ ਸੀ। ਭਾਰਤ ਸਰਕਾਰ ਦੇ ਆਪਣੇ ਦੂਰਦਰਸ਼ਨ TV 'ਤੇ ਮੈਨੂੰ ਪੁੱਛਿਆ ਗਿਆ ਤੇ ਮੈਂ ਉੱਥੇ ਸਾਫ਼ ਕਿਹਾ ਸੀ, ਭਾਰਤ ਦੇ ਲੋਕ ਦੋਵਾਂ ਨੂੰ ਪਸੰਦ ਕਰਦੇ ਨੇ। ਭਗਤ ਸਿੰਘ ਦੀ ਦਸਤਾਰ ਵਾਲੀ ਤਸਵੀਰ ਲੋਕਾਂ ਦੇ ਮਨਾਂ ਵਿੱਚ ਵਸੀ ਹੋਈ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਭਗਤ ਸਿੰਘ ਆਪਣੀ ਦਸਤਾਰ ਸਮੇਤ ਸਾਨੂੰ ਬਹੁਤ ਪਿਆਰਾ ਲੱਗਦਾ ਹੈ, ਪਰ ਭਗਤ ਸਿੰਘ ਦੀ ਇਹਦੇ ਤੋਂ ਇਲਾਵਾ ਦੂਸਰੀ ਤਸਵੀਰ ਜਿਹੜੀ ਸਿਰ 'ਤੇ ਟੋਪੀ ਵਾਲੀ ਹੈ, ਉਹਦਾ ਵੀ ਇੱਕ ਖਾਸ ਥਾਂ ਹੈ। ਲੋਕ ਭਗਤ ਸਿੰਘ ਦੀ ਟੋਪੀ ਵਾਲੀ ਤਸਵੀਰ ਨੂੰ ਵੀ ਪੂਰਾ ਪਿਆਰ ਉਨਾ ਹੀ ਕਰਦੇ ਆ, ਸਤਿਕਾਰ ਕਰਦੇ ਆ। ਦੋਵਾਂ 'ਚੋਂ ਕਿਸੇ ਦੇ ਵਿੱਚ ਲੋਕ ਕੋਈ ਫਰਕ ਨਹੀਂ ਪਾਉਂਦੇ। ਇਹਦਾ ਕਾਰਨ ਇਹ ਹੈ ਕਿ ਭਗਤ ਸਿੰਘ ਨੇ ਜਿਹੜੇ ਕਾਰਨਾਮੇ ਕੀਤੇ, ਜੋ ਕੁਛ ਉਹਨਾਂ ਨੇ ਕੀਤਾ, ਉਹਦੇ ਦਰਮਿਆਨ ਦਸਤਾਰ ਨਾਲ ਵੀ ਉਹ ਵਿਚਰਦੇ ਰਹੇ, ਭਗਤ ਸਿੰਘ ਹੋਰੀ ਟੋਪੀ ਨਾਲ ਵੀ ਵਿਚਰਦੇ ਰਹੇ। ਉਹਨਾਂ ਦੇ ਇਹ ਦੋਵੇਂ ਰੂਪ ਭਾਰਤ ਦੇ ਇਤਿਹਾਸ ਦਾ ਹਿੱਸਾ ਬਣ ਚੁੱਕੇ ਆ। ਮੈਨੂੰ ਜਦੋਂ ਦੂਰਦਰਸ਼ਨ 'ਤੇ ਪੁੱਛਿਆ ਗਿਆ ਕਿ ਫਿਰ ਜੇ ਇਹ ਵਿਵਾਦ ਛਿੜ ਜਾਵੇ ਤਾਂ ਕੀ ਕਰਨਾ ਚਾਹੀਦਾ, ਮੈਂ ਕਿਹਾ ਜੀ ਮੈਂ ਵਿਵਾਦ ਵਿੱਚ ਨਹੀਂ ਪੈਂਦਾ। ਦੋਵਾਂ 'ਚੋਂ ਕੋਈ ਵੀ ਫੋਟੋ ਲਾ ਦਿੱਤੀ ਜਾਵੇ, ਤਸਵੀਰ ਲਾ ਦਿੱਤੀ ਜਾਵੇ, ਉਹਦੇ ਵਿੱਚੋਂ ਵੀ ਸਾਨੂੰ ਭਗਤ ਸਿੰਘ ਦਿਸਣਾ, ਤੇ ਜੇ ਦੋਵੇਂ ਨਾ ਲਾਓ, ਉਹਨਾਂ ਦੀ ਥਾਂ ਦੇ ਉੱਤੇ ਤੁਸੀਂ ਉੱਥੇ ਉਹਦਾ ਫਰੇਮ ਬਣਾ ਕੇ ਵਿਚਾਲੇ ਰੱਸਾ ਲਟਕਾ ਦਿਓ ਤੇ ਭਾਰਤ ਦੇ ਲੋਕਾਂ ਨੂੰ ਉਸ ਰੱਸੇ ਦੇ ਵਿੱਚੋਂ ਵੀ ਭਗਤ ਸਿੰਘ ਦਿਸਣਾ, ਉਹਦੇ ਦੋਵੇਂ ਸਾਥੀ ਸ਼ਹੀਦ ਸੁਖਦੇਵ ਤੇ ਸ਼ਹੀਦ ਰਾਜਗੁਰੂ ਵੀ ਦਿਸਣੇ ਆ। ਇਹਦੇ ਨਾਲ ਫਰਕ ਨਹੀਂ ਪੈ ਰਿਹਾ, ਅਸੀਂ ਇਹਨਾਂ ਵਿਵਾਦਾਂ 'ਚ ਨਾ ਪਈਏ। ਪਿਛਲੇ ਦਿਨੀ ਇੱਕ ਹੋਰ ਮੰਗ ਉੱਠ ਪਈ ਕਿ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਇਹ ਮਸਲਾ ਇੱਕ ਵਾਰੀ ਪਾਰਲੀਮੈਂਟ 'ਚ ਅੱਗੇ ਵੀ ਉੱਠ ਚੁੱਕਾ ਔਰ ਪਾਰਲੀਮੈਂਟ 'ਚ ਸਰਕਾਰ ਇਹ ਕਹਿ ਚੁੱਕੀ ਹੈ
कि भगत सिंह नूं शहीद का दर्जा देना इन्ने समय बाद अज भारत की पार्लीमेंट वालों ये अपने आप च हास्योहीना बन जाएगा। जिहड़ा लोकां दे दिलां ते उकरिया होया उन्होंने सरकार दे इस दर्जे की मुथाजी नहीं, उन्होंने इस दर्जे की लोड़ नहीं। वो दर्जियां तो भारत रत्न वर्गे अवार्डां तो बहुत उच्चा हो चुका। मेरे को एक सज्जन ने कल इस मसले के उत्ते कुछ विचार करने का यतन किया कि फिर भी जे ये गल कहती जाए कि लोगों के कोलों मिलिया दर्जा एडा उच्चा हुंदा, तो मैं उन्होंने हस के आख्या, मैं कहा तू ये दस कि जे शहीदे आजम कहा जाए तो तेनों किहड़ा ना चेते आउंदा? कहंदा भगत सिंह। मैं कहा ये तो इलावा शहीदे आजम सारी दुनिया चो दूसरा तेनों कोई दिसदा? कहंदा नहीं। मैं कहा जे मैं कहां नेता जी तेनों कौन चेते आउंदा? कहंदा सुभाष चंद्र बोस मैनूं चेते आउंदा। नेता जी सिर्फ सुभाष चंद्र बोस सी, दूसरा कोई सुभाष चंद्र बोस की थां दे उत्ते अज तक भारत के लोगों की मानसिकता च नेता जी नहीं बन सकिया। इत्थे जिन्ने मर्जी अपने नावां नाल लिखाई फिरदे होण। ये गल अपने थां दे उत्ते है, इनूं असीं ध्यान च रखीए ते जिहड़ा सत्कारत दर्जा पंजाब दे लोक इन्हां शहीदां नूं दे चुके आ, उहदे तो मैं नहीं समझदा कि असीं सरकारां तो दर्जे दिवाउण वास्ते इधरों उधरों मंग पत्र दईए। साडे वास्ते वड्डी गल इह आ कि भारत दे लोक उन्हां नूं किहड़ा दर्जा दिंदे आ और वह दर्जा बहुत सत्कार वाला। इहदे तो अगला सवाल फिर उठदा है कि की असीं भगत सिंह दी तस्वीर, भगत सिंह दा बुत इहो ला लिया काफ़ी समझदे? भगत सिंह ने जो आख्या सी कि मैं नहीं चाहुंदा कि इहो जिहा देश होवे जिथे मनुख दे मोढियां ते दूसरे मनुख दा जूड़ा टिकिया होवे, एक मनुख धुई जावे ते दूसरा उहदे मोढियां ते सवार होया होवे। मैं नहीं चाहुंदा कि मनुख दे हत्थों मनुख दी लुੱਟ होवे। वो जिहड़ा सी वो सुपना तो अजे भी अधूरा, बल्कि इहदे तो वध इह है कि डॉक्टर BR अंबेडकर ते दूसरिਆਂ ने जिहड़ा संविधान बनाया सी, ये संविधान पूरी तरह मुकम्मल नहीं, भारत के लोगों ਦੀਆਂ सारियां लोड़ां अजे भी शायद पूरीਆਂ नहीं करता, इस करके इह मुड़ मुड़ के सोधां भी करनियां पै रहीਆਂ। पर डॉक्टर BR अंबेडकर ने अपनी शुभ इच्छा नाल, अपनी पूरी अकल नाल दुनिया भर के संविधान वेख के जिहड़ा संविधान सानूं बना दिता सी, कि असीं अज तक उहनूं लागू कर सके? कि उस नूं लागू करन दे विच कोई ईमानदारी सी? अड्ड-अड्ड थावां ते जिहड़े लीडर ने कि वो ईमानदार सानूं लभ सके ने? कि हेठां कर्मचारी सानूं लभ सके ने इहो जिहे ईमानदार जिहड़े काम करन? हर थां दे उत्ते मामला इस वेले पंजाबी दी उस मुहावरे वाला अन्नी पींदी ते कुत्ते चट्टी जांदे ने। माहौल इस तरह का बनया कि जिथे जिहदा दा लगदा वो उस वेले खाई खाई पी जांदा, कोई किसी नूं छड्डदा नहीं। मेरे को अज दोपहरे इस मसले ते एक टैलीफोन आया जिन्हों सुन के मैं कंब गया कि पंजाब के एक्साइज विभाग दे विच उन्होंने मैनूं दस्सिया कि 40,000 करोड़ तो वध दा एक घपला हो गया, जिहदे संबंध विच एक अर्जी इस वेले भारत की सुप्रीम कोर्ट च, भारत की सब तो वड्डी अदालत विच पेंडिंग है। वो मसला किसी पासे लग नहीं रहा। मसले बहुत सारे इहो जिहे जिहड़े पेंडिंग ने किसी पासे लगते नहीं। जे लग जाण तो जिन्हां ने खाधा उन्हां तो किसी तरीके उन्हां दीयां जायदादां कुर करके वसूलण का यतन किया जा सकदा। पर हुंदा इह है कि मसले इन्ने लमकमें चले जाते हैं कि उदों तक जिन्हां खाधा पीता वो जां तां दुनिया छड्ड जाते हैं, जां उस हालत नूं पहुँच जाते हैं कि उन्हां दे अपने पल्ले भी कुछ नहीं, सारी जायदाद वो ट्रांसफर कर चुके हुंदे आ। उन्हां दी उम्र भी इन्नी हुंदी है कि मुड़ के तुसीं उन्हां नूं जेल विच नहीं रख सकदे, जेल विच भी रखिया तो उत्तों काम नहीं करवा सकते, उल्टा उहदे उत्ते खर्च करना पैना, उस हालत विच पहुँच जाते हैं। इस करके ये मसले किसी पासे लाने चाहिए। पर हुंदा की है, इत्थे जिहड़ी भी सरकार आउंदी है आके लोकां नूं इह सब्ज़ बाग विखाउंदी है। असीं करप्शन के मामले च जीरो टॉलरेंस की नीति रखांगे, असीं जरा जिन्नी भी भ्रिष्टाचार की गल नूं बर्दाश्त नहीं करांगे। ये गल्लां असीं पिछलियां सरकारां तो भी सुणीआं सी, ये गल्लां असीं नवें मुख मंत्री भगवंत मान के मूँहों में सुन रहे हैं, पर नवेड़े अमलों ते जाके होने। हालत की है नवीं सरकार के मामले च मैं दस दियां कि एक काम चंगा हो गया और अजे कल ही होया। 3 सालों तो अटकिया एक बिल 13 मिनटां च हल हो गया। तो सारे लोग जानते हैं, एक बीबी हरशिंदर कौर है डॉक्टर, उहदे पति ने कैंसर की समस्या आ गई, इलाज कराया 5 लाख रुपया लग गया। वो आप सरकारी डॉक्टर आ, उस महकमे च आ, 3 सालों तो वह बिल रुकिया पिया सी, वो बिल किसी पासे दिता नहीं सी जा रहा। वो पिछले सेहत मंत्री की कोठी विच भी मोहाली गई, उत्थे जाके सेहत मंत्री के सामने अफसरां नाल भी लड़ के आई। इत्थे भी उन्हें अफसरां नूं आख्या कि तुसीं इहो चाहुंदे आ ना कि असीं बिल अटका छड्डांगे
तो मैं तुहानूं कुछ ना कुछ लिया के देवांगी, कुछ पैसे देवांगी। मैं कख नहीं देना, पैसे मिलन या ना मिलन। कल उन्हें अक के नवीं सरकार के MLA डॉक्टर बलबीर सिंह नूं जिहड़े पटियाले तो चुने हुए आ उन्होंने फोन किया। डॉक्टर बलबीर सिंह ने कहा, बीबी जी मैनूं तुसीं 5 मिनट दिओ। बीबी कहिंदी आ कि मैं सोचा 5 मिनटां दी किहड़ी गल, कह दिता चलो वेख लैंदे आ। 13वें मिनट तक बिल पास हो के चिट्ठी भी उन्होंने घर चली गई। ਜਿਹੜੇ ਕਲਰਕ ਨੂੰ ਸਵੇਰੇ ਜਾ ਕੇ ਲੜ ਕੇ ਆਈ ਸੀ, ਉਹ ਜਿਹੜੇ ਅਫਸਰਾਂ ਨਾਲ ਲੜ ਕੇ ਆਈ ਸੀ ਕਿ 3 ਸਾਲਾਂ ਤੋਂ ਬਿੱਲ ਰੁਕੇ ਆ, ਤੁਸੀਂ ਸਮਝਦੇ ਕੀ ਹੋ, ਤੁਸੀਂ ਕਰਦੇ ਕਿਉਂ ਨਹੀਂ। ਜਿਹੜੇ ਕਰਨ ਨੂੰ ਤਿਆਰ ਨਹੀਂ ਸੀ, ਅੱਗੋਂ ਮਜ਼ਾਕ ਕਰਦੇ ਸੀ, ਉਹਨਾਂ ਨੇ 13 ਮਿੰਟਾਂ ਦੇ ਵਿੱਚ ਉਹ ਸਾਰਾ ਕੁਝ ਪਾਸ ਕਰਕੇ ਅਫਸਰਾਂ ਦੇ ਦਸਤਖਤ ਕਰਾ ਕੇ चिट्ठी भी उन्होंने WhatsApp कर दी। ये किदां हो गया? इस करके हो गया कि जे सरकारां काम करन वालियां होण ते फिर काम हो जांदे आ। कल एक शुरुआत हो गई जदों सानूं पता लगा, TV प्राइम एशिया ने उस वेले टीम भेज के ये मसला मीडिया च लिआंदा। मीडिया के सामने आउण तो बाद अज दुपहरे मेरी हरशिंदर होरां नाल गल होई आ। डॉक्टर हरशिंदर कौर ने दस्सिया कि उन्होंने अज सवेर तो आने बने धमकियां दित्तियां जा रही, समझाया जा रहा, वेख ला ये मसला तो चुक्या ना, नौकरी तो इसे महकमे करनी है ना, इसे महकमे करनी है। ये महकमा सानू पता बहुत करप्ट लोग ये भरे हुए ने, पर इस महकमे हर कोई करप्ट नहीं गा। इस महकमे ईमानदार लोग भी हैगे ने। असी चाहांगे कि जिहड़े महकमे दे विच कुछ बचे खुचे ईमानदार ने, तुसीं चुप ना वटो, बेईमानां दे खिलाफ बोलो, लड़ो। सानू ये पता कि किन्नी किस्म की करप्शन इस महकमे च हुंदी है, कल्ले इस महकमे च नहीं हुंदी। किहड़ा महकमा इत्थे इस वेले पंजाब दा बचिया रह गया जिस करप्शन नहीं हो रही? किहड़ा महकमा बचिया रह गया जिस भ्रिष्टाचार नहीं हुंदा? उत्थे हर थां ते भ्रिष्टाचार के खिलाफ लड़ना पवेगा। तब्दीलियां दा युग है, लगदा तो है कि तब्दीलियां होणगियां। नवीं सरकार दा दम किन्ना क है, कि टिकूगी इन्हां तब्दीलियां दे राह दे उत्ते कि नहीं, मैनूं अजे नहीं पता। असीं चाहांगे जे मुढ़ले कदम चुके है, जे मुख्यमंत्री ने अज एक भ्रिष्टाचार के खिलाफ नंबर जारी किया हैल्पलाइन का कि तुसीं इत्ते WhatsApp मैसेज करो, असीं चाहांगे कि उत्ते अमल होवे। कुछ ना कुछ अमल होया भी है। मैं तुहानूं एक बेनती करां कि बहुत सारे डॉक्टरां ने दवाइयां वालियां कंपनियां नाल मिल के ये प्रबंध किया कि जो डॉक्टर का नाम है उस साल्ट वाली दवाई जिहड़ी वो डॉक्टर के नाम नाल जोड़ के, जे डॉक्टर के नाम च S है तो दवाई के शुरू च S पाता, जे G है तो G पाता, जे R है तो R पाता। वो दवाई उस डॉक्टर की अपनी जिहड़ी दुकान है दवाइयां वाली, जां उहदे तो मिलदी है, जां उहदी दसी किसी एक होर दुकान तो मिलती है, होर कितों नहीं। 2-2 लाख 3-3 लाख दवाइयां इकट्ठियां बना लेंदे आ। शहर के होलसेल डीलरां तो भी उस नाम की दवाई बिल्कुल नहीं मिलती। असल च दवाई उही हुंदी है जिहड़ी बाकी थावां तो आउंदी है। डॉक्टर वेख के कहदा ना ये तो नहीं चलनी, अपने नाँ ते बनवाइयां ने। ਉਹਦੇ 'ਚ सरकारी डॉक्टर भी कुछ इस तरह लिखण लग पे सी, मिल मिला के उहो जिहियां पर्चियां। पर हुण पिछले 3 दिनों तो मेरे को कुछ पर्चियां आईयां ने, जिहड़ियां पर्चियां ते दवाई का नाँ कंपनी वाला नहीं बल्कि दवाई के साल्ट का नाम लिखा जा रहा। मरीज ये समझते हैं कि असली दवाई नहीं। वो जो दुकानों पर जाते हैं, दुकान वाले कहते नहीं जी साल्ट लिखा, उस साल्ट वाली दवाई है। इत्थे भारत में एक बार राम विलास पासवान ने आख्या सी केंद्रीय मंत्री होंदियां कि जिहड़ी दवाई 28 पैसे की है वो 2.5 रुपये की विक रही है, जिहड़ा इंजैक्शन 5 रुपये वाला वो 150 रुपये का विकदा पिया। पर उन्हें 4 दिन रौला पार के मुड़ के चुप कर गया सी, क्योंकि कंपनियां नाल गल हो गई सी। इस तरह का काम इत्थे भी हुंदा पिया। असीं चाहांगे कि नवीं सरकार दम विखावे, इन्हां गल्लां दे खिलाफ लड़ाई लड़े। पर गल सिर्फ इन्नी तां नहीं, इहदे तो इलावा भी 4 चुफेरे करप्शन है। इस सरकार ने काम करने आ, इस सरकार के खिलाफ पटीशनां भी होणीआं, अदालतां विच केस भी जाने आ। कुछ लोग इस तरह के आ जिहड़े कहिंदे जी काम करिए की करिए, कोई काम नहीं करन दिंदा। कैप्टन अमरिंदर सिंह की सरकार 4.5 साल इहो कहिंदी रही कि असीं काम की करिए, असीं ट्रांसपोर्ट दे विच बसां दी सर्विस का सुधार करना चाहुंदे आ। जिन्हां दे खिलाफ शिकायतां ने, रोडवेज की बस 2 मिनट उस स्टैंड पर खलोंदी है, उन्होंने आवाज़ मार के तोड़ दिता जाता दबका मार के। उस तो बाद प्राइवेट कंपनी की बस 12 मिनट खलोंदी है, उन्होंने कोई नहीं पुछदा। फिर रोड पैप्सू ट्रांसपोर्ट की बस 2.5 मिनट खलोंदी है, तो उसके बाद प्राइवेट कंपनी की बस 15 मिनट खलोंदी है, सवारियां लैंदी है। ये सारा कुछ जो सीगा कैप्टन अमरिंदर सिंह की सरकार कहती सी की करिए, अदालतों में केस चले गए, असीं कुछ कर नहीं सकते। ये गलत गल सीगी, कर सकते सन, कीता नहीं। उन्हें केसां की पैरवी नहीं की। उस वक्त का पंजाब सरकार का एडवोकेट जनरल नखिद्ध सी, 4 चुफेरे उसकी बदनामी भी हुंदी रही। उसदा फिर नहीं सी छड्डदा, क्यों नहीं सी छड्डदा, लोग समझ सकते हैं कारण की सी। हुण नवीं सरकार ने आके काम करना।
पिछलियां दिनां दे विच 6 महीने जिहड़ा राज रिहा चरणजीत सिंह चन्नी दा, ਉਹਦੇ 'ਚ ਉਹਦੇ ट्रांसपोर्ट मंत्री अमरिंदर सिंह राजा वड़िंग ने काम कीता ते असीं ਉਹਦੀ ਸ਼ਲਾਘਾ ਕੀਤੀ ਸੀ। पर नाल असीं ਇਹ ਗੱਲ ਉਦੋਂ ਵੀ आखी सी कि वड़िंग साहब ਤੁਸੀਂ ਚੋਣਵੇਂ ਨਿਸ਼ਾਨੇ ਫੁੰਡ ਰਹੇ ਹੋ, ਤੁਸੀਂ ਅਜੇ ਤੱਕ ਕਿਸੇ ਕਾਂਗਰਸੀ ਦੀ ਕੰਪਨੀ ਦੇ ਉੱਤੇ ਕੋਈ ਛਾਪਾ ਨਹੀਂ ਮਾਰਿਆ, ਇਹਨਾਂ ਦੀਆਂ ਬੱਸਾਂ ਨੂੰ ਕਿਉਂ ਨਹੀਂ ਰੋਕ ਰਹੇ? ਬੱਸਾਂ ਤਾਂ ਇਹਨਾਂ ਦੀਆਂ ਵੀ ਇਹ ਕੰਮ ਕਰਦੀਆਂ ਪਈਆਂ, ਕਾਂਗਰਸੀ ਹੋਣ ਜਾਂ ਅਕਾਲੀ ਹੋਣ, ਇਹਨਾਂ ਸਾਰਿਆਂ ਦੀਆਂ ਟਰਾਂਸਪੋਰਟ ਕੰਪਨੀਆਂ ਜਿਹੜੀਆਂ ਨੇ ਉਹਨਾਂ ਵਿੱਚੋਂ मैं नहीं ਕਹਿੰਦਾ कि हर ट्रांसपोर्टर ਇਹ ਕਰਦਾ, पर बहुत सारे ਇਹੋ ਜਿਹੇ ਆ एक एक नंबर ते 4-4 ਬੱਸਾਂ 5-5 ਬੱਸਾਂ ਚਲਾਉਂਦੇ ਆ। ਇੱਕ ਤਾਂ ਸਰਕਾਰ ਦੇ ਟੈਕਸ ਖਾਂਦੇ ਆ, ਦੂਸਰਾ ਨੁਕਸਾਨ ਹੋਰ ਹੁੰਦਾ। ਮੇਰੇ ਕੋਲ ਇੱਕ ਮਿਸਾਲ ਹੈ, ਰੋਪੜ ਵਾਲੇ ਪੁਲ ਦੇ ਕੋਲ ਇੱਕ ਵੱਡੇ ਘਰ ਦੀ ਬੱਸ ਨੇ ਟੱਕਰ ਮਾਰ ਕੇ ਤੇ 2 ਜੀ ਮਾਰ ਦਿੱਤੇ। ਉਹਦਾ ਨੰਬਰ ਨੋਟ ਕਰ ਲਿਆ ਗਿਆ, ਬੱਸ ਪੁਲਿਸ ਵਾਲਿਆਂ ਨਾਲ ਮਿਲ ਕੇ ਭਜਾਤੀ। ਬਾਅਦ ਵਿੱਚ ਜਦੋਂ ਉੱਥੇ ਸ਼ਿਕਾਇਤ ਦਰਜ ਹੋਈ ਤੇ ਉਹਨਾਂ ਨੇ ਕਹਿ ਦਿੱਤਾ ਜੀ ਸਾਡੀ ਬੱਸ ਹੀ ਨਹੀਂ, ਉੱਥੇ ਉਸ ਨੰਬਰ ਦੀ ਕੋਈ ਜਾਲੀ ਬੱਸ ਚੱਲਦੀ ਹੋਵੇਗੀ। उस वक्त तो साड़ी बस अंमृतसर तो बठिंडे नूं जांदी पई सी। असल गल की सी, इक्को दिन इक्को नंबर वालियां 3-4 बसां चलदियां सन। उहदा फिर इह हुंदा कि एक थां दे उत्ते ओह फिर सबूत पेश कर दिंदे आ वेखो जी टोल प्लाजे तो साड़ी बस तो अंमृतसर तो उधर नूं गई है, ये तो कोई होर जाली नंबर ला के चला गया। ये भी काम हुंदा रहा। इन्हां सारिआं नूं नवीं सरकार बदल सकदी है। सवाल है कि अदालतां विच चलदे केस है, अदालतां विच जाके तुहाडे केस उदों अटकणे आ ਜਦੋਂ ਤੁਸੀਂ ਫੰਡਾਮੈਂਟਲ ਰਾਈਟਸ ਦੇ ਬੁਨਿਆਦੀ ਅਧਿਕਾਰਾਂ ਦੇ ਉੱਤੇ ਛਾਪਾ ਮਾਰੋਗੇ। ਜਦ ਤੱਕ ਤੁਸੀਂ ਬੁਨਿਆਦੀ ਅਧਿਕਾਰਾਂ 'ਤੇ ਛਾਪਾ ਨਹੀਂ ਮਾਰਦੇ, ਬੁਨਿਆਦੀ ਜਿਹੜੇ ਰੂਲਸ ਨੇ, ਜਿਹੜੇ ਲੋਕਾਂ ਦੇ ਹੱਕ ਨੇ, ਉਹਨਾਂ ਨੂੰ ਨਹੀਂ ਬਦਲਦੇ, ਕੱਟਦੇ ਛਾਂਟਦੇ ਨਹੀਂ, ਉਹਨਾਂ ਚਿਰ ਤੱਕ ਕੋਈ ਖਤਰਾ ਨਹੀਂ। ਆ ਥੋੜ੍ਹੇ ਦਿਨ ਪਹਿਲਾਂ ਸੁਪਰੀਮ ਕੋਰਟ ਵਿੱਚ ਇੱਕ ਕੇਸ ਗਿਆ ਸੀ 1 ਰੈਂਕ 1 ਪੈਨਸ਼ਨ ਦਾ। ਉਹਦੇ ਉੱਤੇ ਸੁਪਰੀਮ ਕੋਰਟ ਕਹਿ ਚੁੱਕੀ ਹੈ ਕਿ ਸਰਕਾਰ ਨੂੰ ਪਾਲਿਸੀ ਬਣਾਉਣ ਦਾ ਅਧਿਕਾਰ ਹੈ, ਸਰਕਾਰ ਨੇ ਪਾਲਿਸੀ ਬਣਾਈ ਹੈ। ਕਈ ਹੋਰ ਕੇਸਾਂ ਦੇ ਵਿੱਚ ਅਦਾਲਤਾਂ ਕਹਿ ਚੁੱਕੀਆਂ ਨੇ ਕਿ ਸਰਕਾਰਾਂ ਨੂੰ ਪਾਲਿਸੀਆਂ ਬਣਾਉਣ ਦਾ ਅਧਿਕਾਰ ਆ, ਸਰਕਾਰਾਂ ਬਣਾ ਸਕਦੀਆਂ। ਜਦੋਂ ਇੰਦਰਾ ਗਾਂਧੀ ਦੇ ਵਕਤ ਪਹਿਲਾਂ 9 ਤੇ ਫਿਰ 6 ਹੋਰ ਬੈਂਕ ਨੈਸ਼ਨਲਾਈਜ਼ ਕੀਤੇ ਗਏ ਸੀ, ਬੜਾ ਰੌਲਾ ਪਿਆ, ਸੁਪਰੀਮ ਕੋਰਟ 'ਚ ਗਿਆ ਸੀ। ਸਰਕਾਰ ਬੈਂਕਾਂ ਨੂੰ ਇਸ ਤਰ੍ਹਾਂ ਨੈਸ਼ਨਲਾਈਜ਼ ਨਹੀਂ ਕਰ ਸਕਦੀ, ਪਰ ਸੁਪਰੀਮ ਕੋਰਟ ਨੇ ਕਿਹਾ ਸੀ ਸਰਕਾਰ ਕੋਲ ਅਧਿਕਾਰ ਹੈ, ਉਹ ਤੁਹਾਡੇ ਫੰਡਾਮੈਂਟਲ ਰਾਈਟਸ ਨੂੰ ਨਹੀਂ ਕੱਟ ਛਾਂਟ ਸਕਦੀ, ਉਹਨੇ ਛਾਂਟੀ ਨਹੀਂ ਕਰ ਸਕਦੀ, ਉਹਨਾਂ ਨੂੰ ਕੱਟ ਵੱਢ ਨਹੀਂ ਸਕਦੀ, ਪਰ ਤੁਸੀਂ ਇਹ ਮਾਮਲਾ ਫੰਡਾਮੈਂਟਲ ਰਾਈਟਸ ਦਾ ਨਹੀਂ। ਉਦੋਂ ਉਹਨਾਂ ਨੇ ਬੈਂਕਾਂ ਨੈਸ਼ਨਲਾਈਜ਼ ਕੀਤੀਆਂ ਸਨ। ਵਾਜਪਾਈ ਸਾਹਿਬ ਦੇ ਵੇਲੇ ਤੋਂ ਬਾਅਦ ਉਹਨਾਂ ਦਾ ਵੀ ਤੇ ਮਨਮੋਹਨ ਸਿੰਘ ਦਾ ਦੌਰ ਵੀ ਤੇ ਹੁਣ ਵਾਲਿਆਂ ਦਾ ਸਰਕਾਰੀ ਚੀਜ਼ਾਂ ਨੂੰ ਪ੍ਰਾਈਵੇਟਾਈਜ਼ ਕਰਨ ਦਾ। ਜੇ ਸਰਕਾਰ ਚਾਹਵੇ ਪਾਲਿਸੀ ਬਣਾ ਸਕਦੀ ਹੈ ਕਿ ਫਲਾਣੇ ਸੈਕਟਰ ਦੇ ਵਿੱਚ ਅਸੀਂ ਸਰਕਾਰੀਕਰਨ ਕਰਨਾ, ਨੈਸ਼ਨਲਾਈਜੇਸ਼ਨ ਕਰਨਾ, ਪਾਲਿਸੀ ਬਣਾਉਣ ਦਾ ਅਧਿਕਾਰ ਹੈ। ਜੇ ਸਰਕਾਰ ਚਾਹਵੇ ਕਿ ਅਸੀਂ ਫਲਾਣੇ ਸੈਕਟਰ ਦੇ ਵਿੱਚ ਜਿਹੜੀਆਂ ਸਰਕਾਰੀ ਚੀਜ਼ਾਂ ਨੇ ਇਹ ਪ੍ਰਾਈਵੇਟ ਹੱਥਾਂ 'ਚ ਦੇ ਦੇਣੀਆਂ, ਆ ਹੁਣੇ 에ਅਰ ਇੰਡੀਆ ਦਿੱਤੀ ਹੈ, ਇੱਦਾਂ ਦੇ ਦੀਆਂ, ਉਹਦੇ ਉੱਤੇ ਸਰਕਾਰ ਦੇ ਉੱਤੇ ਕੋਈ ਰੋਕ ਨਹੀਂ, ਅਦਾਲਤ ਕਦੇ ਅੜਿੱਕਾ ਨਹੀਂ ਡਾਵੇਗੀ। ਇਸ ਕਰਕੇ ਜੇ ਕਰਨਾ ਤੇ ਇਸ ਪਾਸੇ ਨੂੰ ਕਰਨਾ ਸ਼ੁਰੂ ਕਰ ਦੇਣ। ਅਜੇ ਤੱਕ ਇਹ ਕੰਮ ਕੀਤਾ ਨਹੀਂ ਜਾ ਰਿਹਾ। ਮੈਂ ਇੱਕ ਹੋਰ ਬੇਨਤੀ ਕਰਦਿਆਂ ਕਿ ਇਹਨਾਂ ਮਾਮਲਿਆਂ ਦੇ ਵਿੱਚ ਇੱਕ ਨਵੀਂ ਸਰਕਾਰ ਨੂੰ ਧਿਆਨ ਰੱਖਣਾ ਪਵੇਗਾ। ਜਿੱਥੇ ਕੰਮ ਵੱਧ ਹੋਵੇ, ਸਟਾਫ ਪੂਰਾ ਨਾ ਹੋਵੇ, ਬੰਦੇ ਪੂਰੇ ਨਾ ਹੋਣ, ਉੱਥੇ ਵੀ ਜਾ ਕੇ ਅੜਚਣਾ ਪੈਂਦੀਆਂ ਨੇ ਤੇ ਉਹ ਅੜਚਣਾ ਜਿਹੜੀਆਂ ਨੇ ਕਰਪਸ਼ਨ ਦਾ, ਭ੍ਰਿਸ਼ਟਾਚਾਰ ਦਾ ਕਾਰਨ ਬਣਦੀਆਂ ਨੇ। ਮੈਨੂੰ ਕੱਲ੍ਹ ਹੀ ਕਿਸੇ ਵੱਡੇ ਅਫਸਰ ਤੋਂ ਪਤਾ ਲੱਗਾ ਜਲੰਧਰ ਜ਼ਿਲ੍ਹੇ ਵਿੱਚ ਪਟਵਾਰੀਆਂ ਦੀਆਂ 400 ਤੋਂ ਵੱਧ ਪੋਸਟਾਂ ਨੇ ਤੇ ਪਟਵਾਰੀ ਕਿੰਨੇ ਆ? 80 ਕਿ 80 ਨੇ ਮਸਾਂ। 5ਵਾਂ ਹਿੱਸਾ ਪਟਵਾਰੀ ਨੇ। ਜਦੋਂ ਇੱਕ ਪਟਵਾਰੀ ਨੂੰ 5 ਗੁਣਾ ਕੰਮ ਦਿੱਤਾ, ਕੋਈ ਪਟਵਾਰੀ ਜਿਹੜਾ ਆਪਣੇ ਥਾਂ ਦੇ ਉੱਤੇ 5 ਬੰਦਿਆਂ ਦਾ ਕੰਮ ਇਕੱਲਾ ਨਹੀਂ ਕਰ ਸਕਦਾ, ਉਹ ਫਿਰ ਕੀ ਕਰੇਗਾ? ਆਪਣੇ ਨਾਲ ਨਿੱਜੀ ਸਹਾਇਕ ਪ੍ਰਾਈਵੇਟ ਬੰਦੇ ਲਾਵੇਗਾ। ਉਹਨਾਂ ਪ੍ਰਾਈਵੇਟ ਬੰਦਿਆਂ ਨੂੰ ਆਖੇਗਾ ਸਰਕਾਰ ਤੋਂ ਤਨਖਾਹ ਤਾਂ ਮਿਲਣੀ ਨਹੀਂ, ਤੁਸੀਂ ਜਿਹੜਾ ਤੁਹਾਡੇ ਕੋਲ ਕੰਮ ਲਈ ਆਉਂਦਾ ਉਹਦੇ ਕੋਲੋਂ ਆਪਣੇ ਵੀ ਕੱਢ ਲਓ ਤੇ ਕੁਝ ਮੇਰੇ ਵਾਸਤੇ ਵੀ ਕੱਢ ਲਓ, ਕਾਗਜ਼ ਤੁਸੀਂ ਤਿਆਰ ਕਰ ਦਿਓ ਤੇ ਜਦੋਂ ਮੈਂ ਆਉਂਗਾ ਮੈਂ ਦੱਸ ਕੇ ਕਰ ਦੂੰਗਾ ਤੇ ਉਸ ਬੰਦੇ ਨੂੰ ਉਹ ਕਾਗਜ਼ ਦੇ ਕੇ ਤੇ ਉੱਤੋਂ ਪੈਸੇ ਲੈ ਲਿਓ। ਜੇ ਮੈਂ ਨਾ ਆਵਾਂ ਤੇ ਮੇਰੇ ਕੋਲ ਉੱਥੋਂ ਆ ਕੇ ਦੱਸ ਕੇ ਕਰਾ ਲਿਓ। ਪਟਵਾਰੀ ਇੱਦਾਂ ਕੰਮ ਚਲਾਉਂਦੇ ਪਏ ਨੇ। ਮੈਂ ਅੱਜ ਹੀ ਪਤਾ ਕੀਤਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ, ਇੱਥੇ ਜਲੰਧਰ ਜ਼ਿਲ੍ਹੇ 'ਚ ਸੈਕੰਡਰੀ ਸਿੱਖਿਆ ਜਿਹੜੀ ਸਿੱਖਿਆ ਸੀਨੀਅਰ ਸੈਕੰਡਰੀ ਵਾਲੇ ਬੱਚਿਆਂ ਨੂੰ ਜਿੱਥੇ ਪੜ੍ਹਾਇਆ ਜਾਂਦਾ, ਉਹਨਾਂ ਸਕੂਲਾਂ ਦੇ ਵਿੱਚ ਸਿਰਫ 75% ਟੀਚਰ ਨੇ, 25% ਪੋਸਟਾਂ ਖਾਲੀ ਨੇ। ਉਹ ਜਦੋਂ 25% ਪੋਸਟਾਂ ਖਾਲੀ ਨੇ, ਬੱਚੇ ਕਿੱਥੇ ਜਾਣਗੇ? ਭਗਵੰਤ ਮਾਨ ਜੀ ਕਹਿੰਦੇ ਆ ਕੇਜਰੀਵਾਲ ਸਾਹਿਬ ਵਾਂਗ ਜਿੱਦਾਂ ਦਿੱਲੀ ਦੇ ਸਕੂਲ ਮੈਂ ਸੁਧਾਰ ਦਿੱਤੇ ਆ, ਉਹਨਾਂ ਨੇ ਸੁਧਾਰ ਦਿੱਤੇ, ਉਸੇ ਤਰ੍ਹਾਂ ਮੈਂ ਪੰਜਾਬ ਦੇ ਸੁਧਾਰੂੰਗਾ। ਜੇ ਸਕੂਲ ਸੁਧਾਰਨੇ ਆ, ਉਹਨਾਂ ਸਕੂਲਾਂ 'ਚ ਪੂਰਾ ਸਟਾਫ ਭੇਜਣਾ ਪੈਣਾ। ਮੈਨੂੰ ਇਹ ਪਤਾ ਲੱਗਾ ਇਕੱਲੇ ਜਲੰਧਰ ਜ਼ਿਲ੍ਹੇ 'ਚ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ 152 ਪ੍ਰਿੰਸੀਪਲਾਂ ਦੀਆਂ ਪੋਸਟਾਂ ਦੇ ਵਿੱਚੋਂ 32 ਖਾਲੀ ਹੈ। ਉਹ 32 ਖਾਲੀ ਹੋਣ ਨਾਲ ਸਿਰਫ 120 ਨੇ। ਉਹਨਾਂ 120 ਨੂੰ ਅਗਲੇ ਪਾਸੇ ਵੰਡਣ ਵਾਸਤੇ 32 ਸਕੂਲ ਇਹੋ ਜਿਹੇ ਆ
जिथे एक एक प्रिंसीपल दे कोल दो दो स्कूलों का इंचार्ज है। एक प्रिंसीपल दो स्कूलों का प्रिंसीपल है, उहदे कोल अपने स्कूल दियां भी डी पावर्स ने, पैसा खर्चण दियां, बैंकों तो कढाउण दियां, लियाउण दियां, तनख्वाहां वंडण दियां ताकतां ने, दूसरे स्कूल दियां भी ने। जदों इस तरह ताकतां दित्तियां जाणगीਆਂ, इहदे नाल भ्रिष्टाचार कल नूं पैदा होवेगा, 100 किस्म दीयां गल्लां होणगीਆਂ। कि तुसीं ये सारा कुछ करोगे? इन्हां थावां दे उत्ते स्टाफ भी पूरा करन दा यतन करो। अजे तक जो कुछ असीं सुणदे पए हां, बहुता कुछ हवा विच तलवारां ने। एक हरशिंदर कौर वाला केस, डॉक्टर हरशिंदर कौर दा बिल निकल आया। इस एक बिल दे निकलण नाल ते उहदी प्राइम एशिया दे उत्ते रिपोर्टिंग होण नाल कल तो इस वेले तक अजे 24 घंटे नहीं होए, मसां 18-19 घंटे होए ने। साडे कोल 60-70 इहो जिहे केस आ गए। हर कोई फटाफट सानू WhatsApp करी जा रहा। मेरा 6 साल का फसिया एक बीबी सेहत विभाग की कर्मचारी है, ਉਹਦੇ बिल जिहड़ा ਉਹਦੇ भी पति ਨੂੰ कैंसर हो गया सी। 6 साल तो वध हो गया। 6 साल तो वध का मतलब यह आ कि पिछली जिहड़ी कैप्टन अमरिंदर सिंह ते चरणजीत सिंह चन्नी की सरकार आ, 5 साल ਉਹਦੇ ਕੱਢ ਦਿਓ, 1 साल ਉਹਦੇ ਤੋਂ भी पिछे सरदार प्रकाश सिंह बादल की सरकार वाला, जिन्होंने 6 साल हो गए पैसे नहीं मिले। वो बेचारी क्लर्क है, वो अपना किद्दां गुजारा करती होगी, अपने पति का किद्दां इलाज कराया होगा, ਜਿਹੜੇ ਬੱਚਿਆਂ ਦੇ ਕੋਲ बचे बचाए पैसे होणगे ਉਹ भी लाते होणगे, अपने भी उन्हें कांटे वालियां सब वेच दिते होणगे। कुछ शर्म नहीं आउंदी पई इन्हां लोकां नूं ਜਿਹੜੇ बिलों के उत्ते सप्प वांगू गुच्छी मार के बैठे आ ते कुछ ना कुछ झाक रखते हैं। कि नवे मुख मंत्री नूं, नवे मंत्रियों नूं इस गल दा पता कि जदों नवीआं पोस्टिंग हुंदियां ने, जदों नवीआं नियुक्तियां हुंदियां ने जां किसी दीयां तरक्कियां हुंदियां ने, उत्थे दफ्तरां 'च बैठा स्टाफ बहुत सारा इहो जिहा ਜਿਹੜਾ ਜਾਣ-ਬੁੱਝ ਕੇ ਦੂਰ-ਦੂਰ ਭੇਜ ਦਿੰਦਾ। ਬਠਿੰਡੇ ਵਾਲਿਆਂ ਨੂੰ ਪਠਾਨਕੋਟ ਭੇਜਿਆ ਜਾਂਦਾ, ਪਠਾਨਕੋਟ ਵਾਲਿਆਂ ਨੂੰ ਰਾਜਪੁਰੇ ਭੇਜਿਆ ਜਾਂਦਾ, ਰਾਜਪੁਰੇ ਵਾਲਿਆਂ ਨੂੰ ਅਬੋਹਰ ਭੇਜਿਆ ਜਾਂਦਾ, ਅਬੋਹਰ ਵਾਲਿਆਂ ਨੂੰ ਹੁਸ਼ਿਆਰਪੁਰ ਭੇਜਿਆ ਜਾਂਦਾ। ਜਿਹੜੇ ਪਹਿਲਾਂ ਜਾ ਕੇ ਮਿਲ ਲੈਂਦੇ ਆ ਉਹਨਾਂ ਨੂੰ ਉਹਨਾਂ ਦੇ ਪਿੰਡ 'ਚ ਲਾ ਦਿੱਤਾ ਜਾਂਦਾ। ਜਿਹੜੇ ਦੂਰ ਭੇਜੇ ਹੁੰਦੇ ਆ ਇਹ ਫਿਰ ਦਲਾਲਾਂ ਦੇ ਰਾਹੀਂ ਉੱਥੇ ਸੈਕਟਰੀਏਟ ਵਿੱਚ ਬੈਠੇ ਉਹਨਾਂ ਅਫਸਰਾਂ ਤੱਕ ਪਹੁੰਚ ਕਰਦੇ ਆ ਜਿਨ੍ਹਾਂ ਅਫਸਰਾਂ ਨੇ ਪੋਸਟਿੰਗ ਕਰਨੀ ਹੁੰਦੀ ਆ। ਉੱਥੋਂ ਫਿਰ ਪੈਸੇ ਦੇ ਕੇ ਆਪਣੀਆਂ ਪੋਸਟਿੰਗ ਠੀਕ ਕਰਾ ਕੇ ਲਿਆਉਂਦੇ ਪਏ ਆ। कि नवीं सरकार इस मामले च सुधार करेगी कि ये नहीं होना पिक एंड चूज कि इनू उत्थे ला दिओ ते इनू उत्थे ला दिओ। मेरे को एक केस है फाजिलका जिले का, एक परिवार दे विच 4 बच्चे आ, चारे जमांदरू नेत्रहीन ने, उन्हां दे माँ बाप बजुर्ग ने, उन्हां चों 2 लड़कियां नूं कोऑपरेटिव महकमे विच नौकरी मिल गई, पर उन्हां नूं नौकरी नेड़े भी दित्ती जा सकदी सी। कोऑपरेटिव महकमे ने पिछली सरकार दे वक्त उन्हां चों एक नूं उत्थे मानसा लाता, दूसरी कुड़ी नूं हुशियारपुर लाता। उन्हां दी जदों किते सुनवाई ना हुई, उन्हां ने मेरे तक पहुँच की। मैं उपर अफसरां दे नाल गल भी की, मैं भी आख्या कि ये तो कुदरत दे धक्के होए ने, तुहानूं भी शर्म नहीं आउंदी। मैं उन्हूं ये भी दस्सिया कि वो वेला लंघ गया जदों इस तरह के वकार वाले नूं किसे नूं लुंजा, किसे नूं डुड्डा, किसे नूं लंगा, किसे नूं टीरा काणा आखदे सी। अज दे युग विच ये नहीं आख्या जा सकदा। अज दे युग दे विच इहो जिहे लोकां वास्ते एक लफ्ज़ दुनिया ने कढ लिया, चैलेंज्ड परसन। चैलेंज्ड परसन का मतलब यह है कि इस व्यक्ति के सामने कुदरत ने चैलेंज पेश किया, यदी हिम्मत है कि चैलेंज का मुकाबला कर रहा। यदा मतलब ये भी है कि साड़ी खुशकिस्मती है, साढ़े अगे कुदरत ने चैलेंज पेश नहीं किया, पर साड़ी ये कुदरती जिम्मेवारी है कि जिहदे अगे चैलेंज है असीं उहदी कोई मदद करिए। उस केस दे विच थोड़ा बहुत फिर अफसरां ने हिलजुल की। मैं समझदा कि इस तरह रब दे मारियां नूं, कुदरत दे मारियां नूं जिहड़े उपर बैठे अफसर मार करते हैं, उन्होंने भी सुधारन का यतन नवा मुख मंत्री ते उहदी टीम करे। एक बेनती मैं आखिरी करनी है, तुहाडे कोल बहुत सारे कमिशन ने, तुहाडे कोल बहुत सारियां अथॉरिटीज़ ने सूबा पद्धर ते, उन्हां विच कांग्रसियां ते अकालियां, उन्हां लीडरां दे औलाद जिहड़ी होर किते जाण जोगी नहीं, उन्हां नूं फिट कीता गया। उन्हां चों कुछ लोग इहो जिहियां कुर्सियां ते बैठे आ जिथे तजर्बे वाले लोग बिठाए जाने चाहिए, पर उत्थे 26, 27, 28, 30 साल वाले वो बिठाए आ, जिहड़ा कोई किसी MP का पुत्र धी है, नूंह कोई किसी का, इस तरह के लोग बिठाए आ। अब हुणे चोणां होईयां विधान सभा दीयां, पंजाब दे एक कांग्रसी साबका मंत्री का पुत्र इस करके चर्चा च आ गया कि इहो जी एक अथॉरिटी का मैंबर हुंदियां होइयां, संविधानिक पोस्ट उत्ते हुंदियां होइयां वो चोणां दे विच भी सरगर्मी करदा पिया सी। अगे तो इहो जिहा काम तुसीं ना करियो। जिहड़े इत्थे इहो जिहियां थावां ते बैठे आ उन्हां बारे की सोचना, ये भी तुहानूं सोचना पवेगा। इहो जिहे मुद्दे होर बहुत सारे आ जिन्हां बारे असीं मुड़ मुड़ के गल्लां करनियां। ये चेता रखियो कि तुसीं लोकां कोल गए सी, तुसीं झोली अड्ड के वोटां मंगियां सी। जदों वोटां मंगियां सी तुसीं लोकां नाल वादा कीता सी कि असीं तुहानूं स्वच्छ राज देंगे,
ਤੁਸੀਂ ਆਖਿਆ ਸੀ ਤੁਸੀਂ ਭ੍ਰਿਸ਼ਟਾਚਾਰ ਤੋਂ ਗਲ ਤੰਗ, ਅਸੀਂ ਤੁਹਾਡਾ ਸਾਹ ਸੁਖਾਲਾ ਕਰਾਂਗੇ ਜੇ ਤੁਸੀਂ ਲੋਕਾਂ ਤੋਂ ਇੰਨਾ ਕੁਝ ਝੋਲੀ ਅੱਡ ਕੇ ਮੰਗਿਆ ਸੀ। ਅੱਜ ਪੰਜਾਬ ਦੇ ਲੋਕਾਂ ਦੀ ਅੱਖ ਤੁਹਾਡੇ ਉੱਤੇ ਆ, ਭਗਵੰਤ ਮਾਨ ਉੱਤੇ ਆ, ਉਹਦੇ 10 ਮੰਤਰੀਆਂ ਉੱਤੇ ਆ ਤੇ ਇਹਨਾਂ 11 ਤੋਂ ਇਲਾਵਾ ਬਾਕੀ ਦੇ 81 ਵਿਧਾਇਕਾਂ ਉੱਤੇ ਆ। ਤੁਸੀਂ ਸਾਰੇ ਦੇ ਸਾਰੇ ਪਬਲਿਕ ਸਰਵੈਂਟ ਹੋ, ਤੁਸੀਂ ਕੋਈ ਹਾਕਮ ਨਹੀਂ ਬਣ ਗਏ, ਤੁਸੀਂ ਕੋਈ ਰਾਜੇ ਨਹੀਂ ਬਣ ਗਏ। ਜਿਹੜੀ ਪਬਲਿਕ ਨੇ ਤੁਹਾਨੂੰ ਇਹਨਾਂ ਥਾਵਾਂ ਤੇ ਪਹੁੰਚਾਇਆ ਉਹ ਕੱਲ੍ਹ ਨੂੰ ਇਹਨਾਂ ਥਾਵਾਂ ਤੋਂ ਵਾਪਸ ਵੀ ਸੱਦ ਸਕਦੀ ਆ, ਉਹ ਮੌਕਾ ਨਾ ਆਵੇ। ਇਸ ਕਰਕੇ ਕੋਸ਼ਿਸ਼ ਕਰਿਓ ਕਿ ਜਿੱਥੇ ਤੁਹਾਨੂੰ ਭੇਜਿਆ ਗਿਆ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਰੱਖੋ। ਇੰਨੀਆਂ ਕੁ ਗੱਲਾਂ ਨਾਲ ਮੈਂ ਦਰਸ਼ਕਾਂ ਤੋਂ ਖਿਮਾ ਚਾਹੁੰਦਾ। ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੇਖਦੇ ਰਹੋ TV ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।